ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨਯੋਗ ਯੁਗੋ ਯੁਗ ਅਟਲ ਸ਼ਬਦ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਗਤ ਮਾਈ ਪਾਈ। ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰਚਿਤ ਹੋ ਕੇ ਆਖੀਏ ਸਤਿਨਾਮ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ। ਵਾਹਿਗੁਰੂ ਜੀ ਸ਼ਲੋਕ ਮਹਲਾ ਪਹਿਲਾ। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ। ਨਾਨਕ ਕੇਵਨ ਜਾਪਈ ਕੋਈ ਖਾਏ ਨਿਦਾਨ। ਨਾਨਕ ਕੇਵਨ ਜਾਪਈ ਕੋਈ ਖਾਏ ਨਿਦਾਨ। ਮਹਲਾ ਪਹਿਲਾ। ਜਿਸ ਮਨ ਬਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ। ਔੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰਪੂਰੈ ਮਿਹਰਬਾਨ ਪਰਮ ਕੋ ਮਾਰਿਆ। ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਦਾਨ। ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਈਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ। ਇਹ ਪਾਵਨ ਪਵਿੱਤਰ ਬਾਣੀ ਜੋ ਹੁਣੇ ਹੀ ਪੜ੍ਹੀ ਗਈ ਹੈ ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਇਸ ਬਾਣੀ ਨੂੰ ਸਰਵਣ ਕੀਤਾ ਹੈ। ਆਪ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ। ਆਪ ਜੀ ਨੇ ਗੁਰਬਾਣੀ ਨੂੰ ਸੁਣਿਆ।
बिलावल की वार महला चौथा। इस सरलेख हेठ राग बिलावल विच श्री गुरु रामदास जी महाराज जी की उच्चारण की हुई वार दी ਇਹ ਅਸੀਂ 11 ਨੰਬਰ ਪੌੜੀ ਪੜ੍ਹੀ ਹੈ। ਅੱਜ ਦੀ ਇਸ ਪੌੜੀ ਦੇ ਨਾਲ ਜਿਹੜੇ ਦੋ ਸ਼ਲੋਕ ਅਸੀਂ ਪੜ੍ਹੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹੈ। ਇਸ ਤੋਂ ਪਹਿਲਾਂ ਅਸੀਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸ਼ਲੋਕ ਸਰਵਣ ਕਰ ਰਹੇ ਸੀ, ਜਿਹੜੇ ਇਹਨਾਂ ਪੌੜੀਆਂ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੰਕਿਤ ਕੀਤੇ। ਤੇ ਅੱਜ ਦੀ ਇਸ ਪੌੜੀ ਦੇ ਨਾਲ ਦੋ ਸ਼ਲੋਕ ਜਿਹੜੇ ਹਨ ਉਹ ਬਾਬਾ ਨਾਨਕ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਤੇ ਇਹ ਪਾਵਨ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਪੰਨਾ 854 ਦੇ ਉੱਪਰ ਪ੍ਰਕਾਸ਼ਮਾਨ ਹੈ। ਅੱਜ ਦੇ ਇਹਨਾਂ ਸ਼ਲੋਕਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪੌੜੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਸਾਨੂੰ ਕੀ ਸਮਝਾ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਤੇ ਐਨ ਧਿਆਨ ਦੇ ਨਾਲ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਸਾਰੇ ਇੱਥੇ ਅਸੀਂ ਸਾਰੇ ਹੀ ਬਰਾਬਰ ਬੈਠੇ ਹਾਂ, ਨਾ ਕੋਈ ਮੂਰਖ ਨਾ ਕੋਈ ਸਿਆਣਾ, ਸਭ ਕੁਝ ਵਰਤ ਹੈ ਤੇਰਾ। ਗੁਰੂ ਦੀ ਹਜ਼ੂਰੀ ਦੇ ਵਿੱਚ, ਗੁਰੂ ਦੇ ਚਰਨਾਂ ਵਿੱਚ ਅਸੀਂ ਸਾਰੇ ਬੈਠੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਹਰਾ ਪੀਰ ਜਗਤ ਗੁਰ ਬਾਬਾ, ਸਾਰੇ ਜਗਤ ਦਾ ਬਾਬਾ ਬਾਬਾ ਨਾਨਕ ਸਾਨੂੰ ਉਪਦੇਸ਼ ਦੇ ਰਹੇ ਹਨ। ਕੀ ਫਰਮਾਨ ਕਰ ਰਹੇ ਹਨ? ਸ਼ਲੋਕ ਮਹੱਲਾ ਪਹਿਲਾ। ਇਹ ਜਿਹੜਾ ਸ਼ਲੋਕ ਮਹੱਲਾ ਪਹਿਲਾ ਲਿਖਿਆ ਹੈ ਨਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਨੋਟ ਲਿਖਿਆ। ਇਹ ਬਾਬਾ ਨਾਨਕ ਨੇ ਨਹੀਂ ਲਿਖਿਆ ਬਈ ਮਹੱਲਾ ਪਹਿਲਾ। ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਿਖਿਆ ਤੇ ਬਾਬਾ ਨਾਨਕ ਜੀ ਬੋਲ ਰਹੇ ਹਨ। ਤੇ ਆਖ ਰਹੇ ਹਨ, ਕਹਿੰਦੇ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਆਣ। ਭਾਈ ਜ਼ਮੀਨ ਨੂੰ ਕੋਈ ਮਨੁੱਖ ਵਾਹੁੰਦਾ ਹੈ, ਕੋਈ ਬੀਜਦਾ ਹੈ, ਕੋਈ ਖਲਿਆਣ ਪਾਉਂਦਾ ਹੈ। ਖਲਿਆਣ, ਖਲਿਆਣ ਕੀ ਹੁੰਦਾ ਹੈ? ਅਸੀਂ ਕਹਿੰਦੇ ਹਾਂ ਖਲਵਾੜਾ। ਖਲਵਾੜਾ
ਉਹ ਥਾਂ ਜਿੱਥੇ ਦਾਣਿਆਂ ਦੇ ਪੌਦਿਆਂ ਤੋਂ ਵੱਖ ਕੀਤਾ ਜਾਂਦਾ। ਹੁਣ ਤਾਂ ਤੇਜ਼ੀ ਨਾਲ ਬਹੁਤ ਸਮਾਂ ਬਦਲ ਚੁੱਕਾ ਹੈ। ਪੁਰਾਣੇ ਜਿਹੜੇ ਆਪਾਂ ਬੰਦੇ ਬੈਠੇ ਹਾਂ, ਸਾਨੂੰ ਤਾਂ ਸਾਰਿਆਂ ਨੂੰ ਪਤਾ ਹੈ ਕਿ ਖਲਵਾੜਾ ਕੀ ਹੁੰਦਾ। ਖਲਵਾੜੇ ਨੂੰ ਹੀ ਖਲਿਆਣ ਕਿਹਾ ਗਿਆ। ਪਹਿਲਾਂ ਕਣਕ ਬੀਜੀ ਜਾਂਦੀ ਸੀ, ਫਿਰ ਪਹਿਲਾਂ ਧਰਤੀ ਵਾਹੀ ਜਾਂਦੀ ਸੀ, ਹੁਣ ਵੀ ਵਾਹੁੰਦੇ ਹਾਂ। ਫਿਰ ਫਸਲ ਬੀਜੀ ਜਾਂਦੀ ਹੈ, ਕਣਕ ਬੀਜੀ ਜਾਂਦੀ ਹੈ, ਫਿਰ ਪਾਣੀ ਦਿੱਤੇ ਜਾਂਦੇ ਹਨ, ਆਪਣਾ ਖਾਦਾਂ ਪਾਈਆਂ ਜਾਂਦੀਆਂ ਹਨ, ਫਿਰ ਕਣਕ ਹੌਲੀ ਹੌਲੀ ਸਮੇਂ ਮੁਤਾਬਕ ਪੱਕ ਜਾਂਦੀ ਹੈ, ਫਿਰ ਉਸ ਨੂੰ ਵੱਢਿਆ ਜਾਂਦਾ ਹੈ। ਵੱਢ ਕੇ ਫਿਰ ਉਸ ਨੂੰ ਇਕੱਠੀ ਕਰਕੇ ਇੱਕ ਥਾਂ 'ਤੇ ਥਾਂ ਸਾਫ਼ ਕਰਕੇ ਖੇਤਾਂ ਵਿੱਚ ਉੱਥੇ ਇਕੱਠੀ ਕਰਕੇ ਫਿਰ ਘਾਹ ਪਾਇਆ ਬਲਦਾਂ ਨਾਲ। ਅੱਜ ਕੱਲ੍ਹ ਅਸੀਂ ਵੈਸੇ ਹੀ ਇਹ ਲਫ਼ਜ਼ ਵਰਤ ਲੈਂਦੇ ਹਾਂ, ਐਵੇਂ ਹੀ ਗਾਹ ਪਾਈ ਬੈਠਾ ਹੈ। ਇਹ ਤਾਂ ਹਰ ਇੱਕ ਵੀ ਗੱਲ ਵਿੱਚ ਐਵੇਂ ਗਾਹ ਪਾ ਲੈਂਦਾ। ਗਾਹ ਤੋਂ ਭਾਵ ਹੈ ਕਿ ਉੱਥੇ ਹੀ ਘੁੰਮੀ ਜਾਣਾ, ਉੱਥੇ ਹੀ ਘੁੰਮੀ ਜਾਣਾ ਇੱਕੇ ਥਾਂ ਤੇ। ਕਣਕ ਦੀ ਨਾੜਾਂ ਦੇ ਉੱਪਰ ਬਲਦ ਉੱਥੇ ਹੀ ਘੁਮਾਈ ਜਾਣੇ, ਉੱਥੇ ਹੀ ਘੁਮਾਈ ਜਾਣੇ ਸਾਰਾ ਦਿਨ। ਤੇ ਬਲਦਾਂ ਦੇ ਪੈਰਾਂ ਦੇ ਨਾਲ ਟੁੱਟ ਟੁੱਟ ਕੇ ਕੱਟ ਕੱਟ ਕੇ ਜਿਹੜੀ ਕਣਕ ਦੀ ਨਾੜ ਹੈ ਉਹ ਤੂੜੀ ਦਾ ਰੂਪ ਬਣੀ। ਦਾਣੇ ਲਹਿਦੇ ਹੋ ਗਏ ਤੇ ਤੂੜੀ ਲਹਿਦੀ ਹੋ ਗਈ। ਜਦੋਂ ਐਨ ਬਣ ਗਈ, ਫਿਰ ਉਹਨੂੰ ਇਕੱਠੀ ਕਰਕੇ ਤਰੰਗਲੀ ਦੇ ਨਾਲ, ਤੌਂਗਲੀ ਦੇ ਨਾਲ, ਇੱਕ ਭੇੜਾ ਹੁੰਦਾ ਸੀ ਲੱਕੜੀ ਦਾ ਬਣਿਆ, ਉਹਦੇ ਨਾਲ ਇਕੱਠੀ ਕਰਕੇ ਫਿਰ ਉਹਦੀ ਆਪਣਾ ਧੜ ਲਾਉਣੀ, ਧਾੜਾ ਲੰਬੀ ਸਾਰੀ ਢੇਰੀ। ਹਵਾ ਦਾ ਰੁਖ ਦੇਖ ਕੇ ਫਿਰ ਪਰੂਆ ਹਵਾ ਚਲੇ ਚਾਹੇ ਪਛੂਆ ਚਲੇ, ਫਿਰ ਉਹਨੂੰ ਤਰੰਗਲੀ ਦੇ ਨਾਲ ਨਿਖਾਰ, ਦਾਣੇ ਅਲੱਗ ਹੋ ਜਾਣੇ ਤੇ ਤੂੜੀ ਅਲੱਗ ਹੋ ਜਾਣੀ। ਉਹ ਜਿਹੜਾ ਖਲਿਹਾਨ ਹੈ, ਉਹ ਜਿਹੜਾ ਖਲਵਾੜਾ ਹੈ, ਉਸ ਨੂੰ ਪਿੜ ਵੀ ਕਿਹਾ ਜਾਂਦਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ। ਕਹਿੰਦੇ ਭਾਈ, ਜ਼ਮੀਨ ਨੂੰ ਕੋਈ ਵਾਹੁੰਦਾ ਹੈ, ਕੋਈ ਵਾਹੇ, ਕੋਈ ਲੁਣੇ, ਕੋਈ ਬੀਜਦਾ ਹੈ, ਕੋਈ ਪਾਏ ਖਲਿਹਾਨ। ਕੋਈ ਫਸਲ ਦਾ ਖਲਿਹਾਨ ਪਾਉਂਦਾ ਹੈ, ਕੋਈ ਖਲਵਾੜਾ, ਖਲਵਾੜੇ ਵਿੱਚ। ਹੁਣ ਮਸ਼ੀਨੀ ਯੁੱਗ ਕਰਕੇ ਇਹ ਤਾਂ ਸਾਰੀਆਂ ਹੀ ਗੱਲਾਂ ਖਤਮ ਹੋ ਗਈਆਂ। ਹੁਣ ਤਾਂ ਮਸ਼ੀਨ ਜਾਂਦੀ ਹੈ, ਬਸ ਵੱਢ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਤੂੜੀ ਅਲੱਗ, ਕਣਕ ਅਲੱਗ। ਸ਼ਾਮ ਤੱਕ ਕਿੱਲਿਆਂ ਦੇ ਕਿੱਲੇ ਵੱਢ ਕੇ ਭਰੇ ਮਾਰ। ਪਰ ਇਹ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਾਂ ਹੈ। ਸਾਨੂੰ ਸਮਝਾਇਆ ਜਾ ਰਿਹਾ ਹੈ ਪੇਂਡੂ ਲੋਕਾਂ ਨੂੰ,
ਜਿਹੋ ਜਿਹੀ ਸੰਗਤ ਉਸੇ ਢੰਗ ਦੇ ਨਾਲ ਸਮਝਾਉਣਾ ਗੁਰੂ ਜੀ ਨੇ। ਦੁਕਾਨਦਾਰ ਨੂੰ ਦੁਕਾਨਦਾਰੀ ਤਰੀਕੇ ਨਾਲ, ਕਿਰਸਾਨ ਨੂੰ ਕਿਰਸਾਨੀ ਤਰੀਕੇ ਨਾਲ, ਵਪਾਰੀ ਨੂੰ ਵਪਾਰ ਦੇ ਤਰੀਕੇ ਨਾਲ, ਨੌਕਰੀ ਕਰਨ ਵਾਲੇ ਨੂੰ ਨੌਕਰੀ ਦੇ ਤਰੀਕੇ ਨਾਲ ਸਮਝਾਉਣ ਦਾ ਢੰਗ ਹੈ। ਜੇ ਇਸ ਢੰਗ ਦੇ ਨਾਲ ਕਿਸੇ ਨੂੰ ਸਮਝਾਇਆ ਜਾਵੇ ਤਾਂ ਬੰਦਾ ਛੇਤੀ ਸਮਝ ਜਾਂਦਾ, ਛੇਤੀ ਸਮਝ ਜਾਂਦਾ। ਸਮਝਣਾ ਸੌਖਾ, ਕਿਉਂਕਿ ਅਸੀਂ ਸਾਰੇ ਹੀ ਖੇਤੀ ਦੇ ਨਾਲ ਜੁੜੇ ਹੋਏ ਹਾਂ। ਸਾਡਾ ਜਿਹੜਾ ਸੂਬਾ ਹੈ ਖੇਤੀ ਪ੍ਰਧਾਨ ਹੈ, ਸਾਡਾ ਦੇਸ਼ ਜਿਹੜਾ ਹੈ ਖੇਤੀ ਪ੍ਰਧਾਨ ਹੈ। ਅਸੀਂ ਸਾਰੇ ਹੀ ਜ਼ਮੀਨਾਂ ਦੇ ਨਾਲ ਜੁੜੇ ਹੋਏ ਹਾਂ, ਫਸਲਾਂ ਦੇ ਨਾਲ ਜੁੜੇ ਹੋਏ ਹਾਂ, ਹਲ ਦੇ ਨਾਲ ਜੁੜੇ ਹੋਏ ਹਾਂ, ਪੰਜਾਲੀ ਨਾਲ ਜੁੜੇ ਹੋਏ ਹਾਂ, ਸੁਹਾਗੇ ਦੇ ਨਾਲ ਜੁੜੇ ਹੋਏ ਹਾਂ, ਘਿਰਲੀ ਦੇ ਨਾਲ ਜੁੜੇ ਹੋਏ ਹਾਂ, ਖਲਵਾੜੇ ਦੇ ਨਾਲ ਜੁੜੇ ਹੋਏ ਹਾਂ, ਫਸਲਾਂ ਦੇ ਨਾਲ ਜੁੜੇ ਹੋਏ ਹਾਂ। ਇਸ ਕਰਕੇ ਗੁਰੂ ਜੀ ਨੇ ਸਾਨੂੰ ਇਸੇ ਢੰਗ ਨਾਲ ਸਮਝਾਇਆ। ਕਹਿੰਦੇ ਭਾਈ ਇਸ ਜ਼ਮੀਨ ਨੂੰ ਕੋਈ ਬੰਦਾ ਹੈ। ਪਹਿਲਾਂ ਤਾਂ ਬਲਦਾਂ ਨਾਲ ਬੰਨ੍ਹਦੇ ਸੀ, ਹਲ ਸੀ, ਪੰਜਾਲੀ ਸੀ। ਕੋਈ ਇਸ ਜ਼ਮੀਨ ਨੂੰ ਵਾਹੁੰਦਾ ਹੈ ਤੇ ਕੋਈ ਇਸ ਨੂੰ ਬੀਜਦਾ ਹੈ, ਤੇ ਕੋਈ ਫੇਰ ਜਦੋਂ ਫਸਲ ਹੋ ਜਾਂਦੀ ਹੈ ਖਲਵਾੜੇ ਵਿੱਚ ਲੈ ਕੇ ਜਾਂਦਾ ਹੈ। ਉੱਥੇ ਖਲਵਾੜੇ ਦੇ ਵਿੱਚ ਕਣਕ ਨੂੰ ਨਾੜ ਤੋਂ ਵੱਖ ਕੀਤਾ। ਨਾਨਕ ਇਹ ਬਣਾ ਜਾਪੀ ਕੋਈ ਖਾਏ ਨਿਦਾਨ, ਪਰ ਇਸ ਗੱਲ ਨੂੰ ਕੋਈ ਨਹੀਂ ਜਾਣਦਾ ਜਿਹੜੇ ਇਹ ਦਾਣੇ ਪੈਦਾ ਹੋਏ ਹਨ ਅੰਤ ਨੂੰ ਕੌਣ ਖਾਏਗਾ। ਜਿਹੜੇ ਇਹ ਦਾਣੇ ਖਲਵਾੜੇ ਦੇ ਵਿੱਚੋਂ ਕਿਸਾਨ ਨੇ ਤਿਆਰ ਕੀਤੇ ਹਨ, ਇਹਨਾਂ ਦਾਣਿਆਂ ਨੂੰ ਆਖਰ ਨੂੰ ਖਾਏਗਾ ਕੌਣ? ਇਹਦੇ ਬਾਰੇ ਕੋਈ, ਅਸੀਂ ਕਹਿੰਦੇ ਹਾਂਜੀ ਦਾਣੇ ਦਾਣੇ ਤੇ ਮੋਹਰ ਹੈ, ਦਾਣੇ ਦਾਣੇ ਤੇ ਮੋਹਰ। ਪਤਾ ਨਹੀਂ ਕਿਹੜਾ ਦਾਣਾ ਕਿਸ ਨੇ ਖਾਣਾ ਹੈ, ਕੋਈ ਪਤਾ ਨਹੀਂ। ਕਿਸ ਦਾਣੇ ਦੇ ਉੱਪਰ ਕਿਸ ਦੀ ਮੋਹਰ ਲੱਗੀ ਹੋਈ ਹੈ, ਅੰਤ ਨੂੰ ਇਹ ਦਾਣਾ ਕਿਸ ਨੇ ਖਾਣਾ ਹੈ, ਇਹ ਕੋਈ ਪਤਾ ਨਹੀਂ। ਕੋਈ ਖਾਏ ਨਿਦਾਨ, ਨੰਨੇ ਨੂੰ ਸਿਹਾਰੀ, ਦੱਤੇ ਨੂੰ ਕੰਨਾ, ਤੇ ਫਿਰ ਅੱਗੇ ਨੰਨਾ, ਫਿਰ ਨੰਨੇ ਨੂੰ ਸਿਹਾਰੀ, ਇਹ ਬਣ ਗਿਆ ਨਿਦਾਨ। ਇਸ ਤੋਂ ਭਾਵ ਹੈ ਅੰਤ ਸਮੇਂ, ਓੜਕ, ਅਖੀਰ, ਐਂਡ ਵਿੱਚ। ਤੇ ਕਈ ਵਾਰੀ ਗਲਤੀ ਦੇ ਨਾਲ ਜਦੋਂ ਅਸੀਂ ਉਚਾਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਦਾਨ ਦੀ ਥਾਂ ਤੇ ਨਿਦਾਨ ਪੜ੍ਹ ਦਿੰਦੇ, ਧੱਦਾ ਲਾ, ਫਿਰ ਬਣ ਗਿਆ ਅਰਥ ਦਾ ਅਨਰਥ, ਫਿਰ ਹੋ ਗਿਆ ਪਾਪ। ਤਾਂ ਅਸੀਂ ਕਹਿੰਦੇ ਹਾਂ ਵੀ ਬਾਣੀ ਨੂੰ ਗਲਤ ਪੜ੍ਹਨ ਦਾ ਪਾਪ ਬੜਾ। ਪਾਪ ਕਿਉਂ ਹੈ? ਕਿਉਂਕਿ ਜੇ ਚੋਰ ਦਾ ਸਾਧ ਬਣ ਗਿਆ, ਜਾਂ ਸਾਧ ਨੂੰ ਅਸੀਂ ਚੋਰ ਕਹਿ ਦਿੱਤਾ, ਪਾਪ ਲੱਗ ਗਿਆ, ਦੋਸ਼ ਲੱਗ ਗਿਆ। ਇਸ ਕਰਕੇ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਸਿਹਾਰੀਆਂ, ਬਿਹਾਰੀਆਂ, ਲਗਾ ਮਾਤਰਾਵਾਂ ਸਾਰੀਆਂ ਹੀ ਅਤਿਅੰਤ ਜ਼ਰੂਰੀ ਹਨ। ਇੱਕ ਗੱਲ ਹੋਰ, ਅਸੀਂ ਕਹਿੰਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਬੜੀ ਵਧੀਆ ਹੈ।
ਅੰਗਰੇਜ਼ੀ ਦੇ ਵਿੱਚ ਕਈ ਅੱਖਰ ਨਾ, ਕਈ ਅੱਖਰ ਕਈ ਸ਼ਬਦਾਂ ਦੇ ਵਿੱਚ ਬਿਲਕੁਲ ਸਾਇਲੈਂਟ ਰਹਿੰਦੇ ਆ। ਸਾਇਲੈਂਟ, ਚੁੱਪ, ਬੋਲਦੀ ਨਹੀਂ, ਉਹ ਅੱਖਰ ਬੋਲਦੇ ਨਹੀਂ। ਅੱਖਰ ਲਿਖੇ ਹੋਏ ਪਰ ਬੋਲ ਨਹੀਂ ਰਹੇ। ਇਸ ਤਰ੍ਹਾਂ ਦੀਆਂ ਬਥੇਰੀਆਂ ਮਿਸਾਲਾਂ। ਕਮਾਲ ਹੈ, ਨਾਲੇ ਅੱਖਰ ਹਨ ਨਾਲੇ ਬੋਲਦੇ ਨਹੀਂ, ਚੁੱਪ ਬੈਠੇ ਹਨ। ਪਰ ਸਾਡੀ ਪੰਜਾਬੀ ਦੇ ਵਿੱਚ ਨਾ ਮਾੜੀ ਜਿਹੀ ਬਿੰਦੀ ਜਿਹੜੀ ਲਾਈ ਹੋਈ ਹੈ ਉਹ ਵੀ ਐਨ ਬੋਲਦੀ ਹੈ। ਅੰਗਰੇਜ਼ੀ ਦੇ ਵਿੱਚ ਜਿਹੜੇ ਅੱਖਰ ਹਨ ਉਹ ਵੀ ਕਈ ਚੁੱਪ ਬੈਠੇ ਹਨ, ਪਰ ਪੰਜਾਬੀ ਦੇ ਵਿੱਚ ਇੱਕ ਛੋਟੀ ਜਿਹੀ ਜਿਹੜੀ ਬਿੰਦੀ ਹੈ ਨਾ ਉਹ ਵੀ ਬੋਲਦੀ ਹੈ, ਉਹ ਵੀ ਚੁੱਪ ਨਹੀਂ ਬੈਠਦੀ, ਉਹ ਵੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੀ ਹੈ। ਜੇ ਉਸ ਬਿੰਦੀ ਨੂੰ ਨਾ ਬੋਲਿਆ ਜਾਵੇ ਅਰਥ ਦਾ ਅਨਰਥ ਬਣ ਜਾਂਦਾ। ਅਰਥ ਦਾ ਅਨਰਥ, ਜਿਵੇਂ ਆੜੇ ਨੂੰ ਕੰਨਾ ਖੱਖਾ ਬਣ ਗਿਆ ਆਖ, ਮੈਨੂੰ ਆਖ ਤੂੰ। ਜੇ ਆੜੇ ਨੂੰ ਕੰਨਾਂ ਦੇ ਉੱਪਰ ਲਾ ਦਿੱਤੀ ਮਾੜੀ ਜਿਹੀ ਬਿੰਦੀ ਤੇ ਫਿਰ ਲਿਖਤਾ ਖੱਖਾ, ਫਿਰ ਬਣ ਗਿਆ ਆਂਖ, ਫਿਰ ਅੱਖ ਬਣ ਗਿਆ। ਇੰਨਾ ਫਰਕ ਪੈ ਗਿਆ ਬਿੰਦੀ ਦਾ। ਤਾਂ ਸਤਿਗੁਰੂ ਜੀ ਨੇ ਫਰਮਾਇਆ, ਕਹਿੰਦੇ ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ, जब आपकी औद निदान बने अत हीरण में तब जूझ मरो। ਉੱਥੇ ਵੀ ਇਹੋ ਹੀ ਲੱਭ। ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ, ਜਿਵੇਂ ਏਵ ਲਿਖਿਆ ਹੋਇਆ ਹੈ, ਏਵ ਈੜੇ ਨੂੰ ਲਾਵਾਂ ਤੇ ਵਾਵਾ ਏਵ। ਅਸੀਂ ਪੜ੍ਹਦੇ ਹਾਂ ਐਬ, ਗਲਾਵਾਂ ਲਾ ਦਿੰਦੇ ਹਾਂ ਆਪੇ ਹੀ। ਆਮ ਤੌਰ ਤੇ ਬਾਣੀ ਵਿੱਚ ਆਉਂਦਾ ਹੈ ਏਵੈ ਜਾਣੀਐ, ਨਾਨਕ ਏਵੈ ਜਾਣੀਐ। ਅਸੀਂ ਭਾਈ ਨਾਨਕ ਐਵੈ ਜਾਣੀਐ, ਉਹ ਤਾਂ ਗਲਤ ਹੋ ਗਿਆ। ਇਸ ਲਈ ਸਿਹਾਰੀ ਬਿਹਾਰੀ ਲਗਾ ਮਾਤਰਾ, ਔਂਕੜ ਦਲੈਂਕੜ ਬਿੰਦੀ ਟਿੱਪੀ ਹੋੜਾ ਘਨੌੜਾ, ਇਹਨਾਂ ਸਾਰਿਆਂ ਦਾ ਬਹੁਤ ਹੀ ਧਿਆਨ ਨਾਲ ਉਚਾਰਨ ਕਰਨਾ। ਅੱਗੇ ਬਾਬਾ ਨਾਨਕ ਜੀ ਹੋਰ ਫਰਮਾਨ ਕਰਦੇ ਹਨ, ਜਿਸ ਮਨ ਬਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਭਾਈ ਜਿਸ ਦੇ ਮਨ ਦੇ ਵਿੱਚ ਪ੍ਰਮਾਤਮਾ ਬਸ ਗਿਆ ਨਾ, ਉਹ ਹੀ ਤਰ ਗਿਆ। ਜਿਸ ਦੇ ਮਨ ਦੇ ਵਿੱਚ ਪ੍ਰਮਾਤਮਾ ਬਸ ਗਿਆ, ਸਮਝ ਲਓ ਤਰ ਗਿਆ। ਕਹਿਣ ਨੂੰ ਇਹ ਗੱਲ ਤਾਂ ਬੜੀ ਛੋਟੀ ਜਿਹੀ ਹੈ, ਛੋਟੀ ਜਿਹੀ ਗੱਲ ਹੈ, ਪਰ ਹੈ ਕਿੰਨੀ ਔਖੀ, ਹੈ ਕਿੰਨੀ ਮੁਸ਼ਕਲ। ਇੱਥੇ ਅਸੀਂ ਬੇਬਸ ਹੋ ਕੇ ਰਹਿ ਜਾਂਦੇ ਹਾਂ। ਸਾਡੇ ਬਸ ਦੀ ਗੱਲ ਨਹੀਂ ਕਿ ਅਸੀਂ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲਈਏ। ਕੋਈ ਪਦਾਰਥ ਥੋੜਾ ਹੈ, ਕੋਈ ਚੀਜ਼ ਥੋੜਾ ਹੈ ਪ੍ਰਮਾਤਮਾ, ਬਈ ਚੁੱਕਿਆ ਤੇ ਮੂੰਹ ਵਿੱਚ ਪਾ ਲਿਆ, ਚੁੱਕਿਆ ਤੇ ਜੇਬ ਵਿੱਚ ਪਾ ਲਿਆ। ਇਸ ਤਰ੍ਹਾਂ ਦੀ ਵਸਤੂ ਨਹੀਂ ਹੈ। ਕੋਈ ਜਿਸ ਤੇ ਪ੍ਰਮਾਤਮਾ ਦੀ ਹੀ ਕਿਰਪਾ ਹੋਵੇ, ਉਸ ਦੇ ਹੀ ਮਨ ਦੇ ਵਿੱਚ ਪ੍ਰਮਾਤਮਾ ਵਸਦਾ ਹੈ, ਫਿਰ ਉਸੇ ਦਾ ਹੀ ਕਰਿਆ ਹੁੰਦਾ, ਉਹਦਾ ਹੀ ਬੇੜਾ ਪਾਰ ਹੁੰਦਾ।
जिस मन बसिया तरिया सोए, नानक जो भावै सो होए। जो उस परमात्मा ਨੂੰ ਪਾਉਂਦਾ ਹੈ ਅੰਤ ਵਿੱਚ ਉਹ ਵੀ ਹੁੰਦਾ। ਸਾਨੂੰ ਲੱਗਦਾ ਹੈ ਕਿ ਮੈਂ ਕਰ ਰਿਹਾ ਹਾਂ, ਅਸੀਂ ਕਰ ਰਹੇ ਹਾਂ, ਅਸੀਂ ਕੀਤਾ ਹੈ, ਪਰ ਬਾਣੀ ਕਹਿੰਦੀ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਪਰਮਾਤਮਾ ਉਹ ਵੀ ਕਰਦਾ। ਪਰਮਾਤਮਾ ਕਰ ਰਿਹਾ। ਤਾਂ ਹੀ ਬਾਣੀ ਵਿੱਚ ਲਿਖਿਆ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ। ਨਾ ਅਸੀਂ ਕੀਤਾ ਹੈ ਨਾ ਕਰ ਸਕਦੇ ਹਾਂ, ਨਾ ਸਾਡਾ ਸਰੀਰ ਇਹ ਕੰਮ ਕਰ ਸਕਦਾ ਹੈ ਜਿਹੜਾ ਅਸੀਂ ਕਰਦੇ ਹਾਂ। ਸਾਡੀ ਕਿੰਨੀ ਕੁ ਬੁਨਿਆਦ ਹੈ, ਮਾੜਾ ਜਿਹਾ ਬੁਖਾਰ ਚੜਿਆ ਨਹੀਂ ਤੇ ਅਸੀਂ ਮੰਜੇ ਦੇ ਪਏ ਨਹੀਂ। ਮਿੰਟਾਂ ਵਿੱਚ ਮੁਰਝਾ ਜਾਂਦੇ ਹਾਂ। 2 ਲੂਜ ਮੋਸ਼ਨ ਲੱਗ ਜਾਣ, ਪਾਣੀ ਦੀ ਕਮੀ ਹੋ ਜਾਏ, ਉੱਠਿਆ ਹੀ ਨਹੀਂ ਜਾਂਦਾ। ਬੰਦਾ ਕਹਿੰਦਾ ਹੈ ਰਹਿਣ ਦਿਓ, ਹੁਣ ਜਾਇਆ ਨਹੀਂ ਜਾਂਦਾ ਗੁਰਦੁਆਰੇ, ਉੱਠ ਹੀ ਨਹੀਂ ਜਾਂਦਾ। ਗੁਰਦੁਆਰਾ ਤਾਂ ਬੜੀ ਦੂਰ ਹੈ, ਜਾਣਾ ਸੌਖਾ ਹੈ, ਸਰੀਰ ਵਿੱਚ ਸੱਤਿਆ ਹੀ ਨਹੀਂ ਹੈ। ਇਸ ਕਰਕੇ ਸਾਹਿਬ ਜੀ ਨੇ ਫਰਮਾਇਆ ਹੈ ਨਾਨਕ ਜੋ ਭਾਵੈ ਸੋ ਹੋਏ। ਭਈ ਪਰਮਾਤਮਾ ਨੂੰ ਜੋ ਵੀ ਭਾਉਂਦਾ ਹੈ, ਜੋ ਵੀ ਚੰਗਾ ਲੱਗਦਾ ਹੈ ਉਹ ਹੀ ਅੱਗੇ ਬੋਲੋ। ਪਾਰ ਬ੍ਰਹਮ ਦਇਆਲ ਸਾਗਰ ਤਾਰਿਆ। ਪਾਰ ਬ੍ਰਹਮ ਜਿਹੜਾ ਹੈ ਨਾ ਉਹ ਦਿਆਲੂ ਹੈ। ਦਿਆਲੂ ਦਇਆ ਦਾ ਘਰ ਹੈ, ਦਇਆ ਦਾ ਘਰ। ਉਸ ਦੇ ਘਰ ਦੇ ਵਿੱਚ ਦਇਆ ਹੈ, ਮਾਇਆ ਹੈ, ਤਰਸ ਹੈ। ਦਇਆ ਵੀ ਕਰਦਾ ਹੈ, ਮਾਇਆ ਵੀ ਕਰਦਾ ਹੈ ਤੇ ਤਰਸ ਵੀ ਕਰਦਾ। ਪਾਰ ਬ੍ਰਹਮ ਦਇਆਲ ਸਾਗਰ ਤਾਰਿਆ। ਦਿਆਲੂ ਪ੍ਰਭੂ ਜੀ ਨੇ ਦਇਆ ਕਰਕੇ ਆਪਣੇ ਸੇਵਕ ਨੂੰ ਸਾਗਰ ਤੋਂ ਪਾਰ ਕਰ ਦਿੱਤਾ, ਸਾਗਰ ਤੋਂ ਪਾਰ ਦਿੱਤਾ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਤਾਰ ਲੈ ਬਾਪ ਬਿਠਲਾ। ਬੇਨਤੀ ਹੈ ਪਰਮਾਤਮਾ ਦੇ ਅੱਗੇ, ਕਹਿੰਦੇ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹ ਬੜਾ ਗਹਿਰਾ ਹੈ, ਬੜਾ ਡੂੰਘਾ ਹੈ, ਇਸ ਦੇ ਵਿੱਚੋਂ ਤਰ ਕੇ ਕੋਈ ਨਿਕਲ ਨਹੀਂ ਸਕਦਾ, ਬਚ ਨਹੀਂ ਸਕਦਾ। ਸਾਨੂੰ ਕਿਰਪਾ ਕਰਕੇ ਸਾਡਾ ਬੇੜਾ ਪਾਰ ਕਰ ਦਿਓ, ਨਹੀਂ ਤਾਂ ਡੁੱਬਣ ਦੀ ਪੂਰੀ ਆਸ ਹੈ, ਡੁੱਬ ਜਾਵਾਂਗੇ। ਭਾਈ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਦਇਆ ਕੀਤੀ, ਉਹਨਾਂ ਆਪਣੇ ਸੇਵਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਸਾਗਰ ਤਰਿਆ, ਸਾਗਰ ਤਰਿਆ ਸਾਧੂ ਸੰਤੇ। ਸਤਿਗੁਰੂ ਜੀ ਦੀ ਸੰਗਤ ਕਰਕੇ ਸਾਗਰ ਤਰ ਗਏ। ਗੁਰ ਪੂਰੈ ਮਿਹਰਬਾਨ ਭਰਮ ਭਉ ਮਾਰਿਆ। ਮੇਰਾ ਜਿਹੜਾ ਗੁਰੂ ਹੈ ਨਾ ਉਹ ਪੂਰਾ ਗੁਰੂ ਹੈ, ਪੂਰਾ, ਅਧੂਰਾ ਨਹੀਂ ਹੈ। ਨਾ ਪਊਆ ਹੈ ਨਾ ਪੌਣਾ ਹੈ, ਨਾ ਅਧੀਆ ਹੈ, ਪੂਰਾ ਹੈ। ਪੂਰਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਊਣਤਾਈ ਨਾ ਹੋਵੇ, ਘਾਟ ਨਾ ਹੋਵੇ, ਐਨ ਮੁਕੰਮਲ 101%।
101%। ਭਾਈ ਤਾਂ ਹੀ ਬਾਣੀ ਵਿੱਚ ਵੀ ਲਿਖਿਆ ਹੈ, ਕਹਿੰਦੇ 100 ਵਿੱਚ ਵਰਤੈ ਸਿੱਖ ਸੰਤ, 72 100 ਸਤਿਗੁਰ ਅਬਿਨਾਸੀ। ਭਾਈ ਜਿਹੜਾ ਸਿੱਖ ਹੈ ਨਾ, ਗੁਰੂ का ਪਿਆਰਾ ਗੁਰਮੁਖ ਜਨ, ਉਹ 100% ਹੈ, ਤੇ ਜਿਹੜਾ ਗੁਰੂ ਹੈ ਨਾ ਉਹ 101% ਹੈ। 101% पूरा है, मेहरबान है, मेहर करता, मेहरामत, तरस पिया मेहरामत हुई, सतगुर सज्जन मिले। जदों सतगुरु सज्जन मिलिया, सतगुरु जी ने तरस किया, मेहर की, मेहरामत की, अपने सेवक के अंदरों, अपने गुरसिख के मन के विचों भरम अते डर खत्म कर दिता। भरम और मारिया, भरम भी खत्म कर दिता। इस तो भी ਜਿਹੜੀਆਂ खतरनाक चीज़ां, ਜਿਹੜੇ ਭਿਆਨਕ ਚੀਜ਼ਾਂ ਮਨ ਦੇ ਵਿੱਚ ਹੋਰ ਬੜੀਆਂ ਬੈਠੀਆਂ ਸਨ ਸਰੀਰ ਵਿੱਚ, ਉਹਨਾਂ ਨੂੰ ਵੀ ਭਜਾ ਦਿੱਤਾ। ਕਿਹੜੀਆਂ? ਕਾਮ, ਕ੍ਰੋਧ, ਵਿਕਰਾਲ। ਇਹ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹ ਸਾਰਿਆਂ ਤੋਂ ਵਿਕਰਾਲ ਚੀਜ਼ਾਂ। ਵਿਕਰਾਲ, विकराल कहते बड़ा भयान, डराउणा। ये ਜਿਹੜੀਆਂ चीज़ां ਹਨ, भावें ये काम है, भावें क्रोध है, भावें लोभ है, भावें मोह है, भावें हंकार है, अड़ी बड़े डराउणियां हैं, बड़े भयानक हैं, विकराल हैं, दूत हैं। पंच दूत तुद बस किते, काल कंटक मारिया। वो 5 दूतां नूं बस करके काल कंटक नूं भी मार दिता। ये 5 दूत हार गए ते गुरमुख जित गया। काम, क्रोध, विकराल, दूत सब हारिया, अमृत नाम निधान कंठ उर धारिया। गुरु की कृपा दे नाल भगत जना ने, गुरु के प्यारियां ने बख्शिश हुई उन्होंने। अमृत नाम जिहड़ा है, अमृत नाम निधान, निधान तो भाव होंदा है खजाना। नन्ने नूं सिहारी, धद्दे नूं कन्ना ते नन्ना, निधान। अमृत नाम निधान कंठ उर धारिया। कंठ दे विच भी ते उर विच भी। कंठ कहंदे गला, गल दे विच भी नाम ते उर विच भी नाम। मूँह विच भी वाहिगुरू ते हिरदे विच भी वाहिगुरू, अंदर भी वाहिगुरू ते बाहर भी वाहिगुरू, मूँह विच भी वाहिगुरू ते मन विच भी वाहिगुरू। वाहिगुरू अमृत नाम निधान कंठ उर धारिया, नानक साधु संग जन्म मरण सवारिया। नानक जी सानू दस रहे हैं, चौथे नानक जी गुरु रामदास जी महाराज कहते गुरु की संगत करके ना, गुरु की संगत करके जन्म मरण सवारिया। गुरमुखां ने अपना जन्म ते मरण सवार लिया, अपना जन्म ते मरण सवार लिया। जम्मिया नूं तां आपां नूं काफ़ी देर हो गई,
ਜਨਮ ਤੋਂ ਬਾਅਦ ਜਿਹੜੀ ਇਹ ਵਿਚਲਾ ਸਮਾਂ ਹੈ ਮਰਨ ਤੱਕ ਦਾ, ਜੰਮ ਤਾਂ ਗਏ, ਜੰਮਣ ਤੋਂ ਮਗਰੋਂ ਦਾ ਜਿਹੜਾ ਸਮਾਂ ਹੈ ਮਰਨ ਤੱਕ ਦਾ, ਮਰਨ ਤੋਂ ਪਹਿਲਾਂ ਦਾ, ਉਸ ਜਿਸ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ, ਲਾਈਫ। ਗੁਰੂ ਦੀ ਸੰਗਤ ਕਰ ਕਰਕੇ ਗੁਰਮੁਖਾਂ ਨੇ ਆਪਣੀ ਇਸ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਸੰਭਾਲਿਆ, ਆਪਣੀ ਜ਼ਿੰਦਗੀ ਨੂੰ, ਜੀਵਨ ਨੂੰ ਸੰਭਾਲਿਆ, ਆਪਣੀ ਜ਼ਿੰਦਗੀ ਨੂੰ ਵਧੀਆ ਜ਼ਿੰਦਗੀ ਬਣਾ ਲਿਆ, ਗੁਰਮੁਖੀ ਜੀਵਨ। ਗੁਰੂ ਦੀ ਸੰਗਤ ਕਰ ਕਰਕੇ, ਬਾਣੀ ਪੜ੍ਹ ਕੇ, ਵਿਚਾਰ ਕੇ, ਸਿਮਰਨ ਕਰ ਕਰਕੇ, ਕਿਰਤ ਕਰ ਕਰਕੇ, ਨਾਮ ਜਪ ਕੇ ਆਪਣਾ ਜਿਹੜਾ ਜੀਵਨ ਹੈ ਉਸ ਹੁਣ ਰਹਿ ਗਿਆ ਹੈ ਮਰਨ। ਹੁਣ ਅੱਗੇ ਤਾਂ ਮਰਨ ਹੀ ਹੈ ਨਾ, ਮਰਨਾ ਤਾਂ ਹੈ, ਮਰਨਾ ਤਾਂ ਪਏਗਾ। ਸਭਨਾ ਮਰਨ ਆਇਆ ਵਿਛੋੜਾ ਸਭਨਾ। ਭਾਈ ਮੌਤ ਸਾਰਿਆਂ ਤੇ ਆਉਂਦੀ ਹੈ, ਸਾਰੇ ਹੀ ਮਰਦੇ ਹਨ, ਕੋਈ ਇਹੋ ਜਿਹਾ ਨਹੀਂ ਜਿਹੜਾ ਨਹੀਂ ਮਰਦਾ। ਸਾਨੂੰ ਵੀ ਮਰਨਾ ਪੈਣਾ। ਅਸੀਂ ਤਾਂ ਕਿਸ ਬਾਗ ਦੀ ਮੂਲੀ ਹਾਂ। ਰਾਮ ਗਿਓ ਰਾਮਨ ਗਿਓ, ਜਾਕੋ ਬਹੁ ਪਰਿਵਾਰ। ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ। ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਸਨ, ਐਡੀ ਵੱਡੀ ਫੈਮਿਲੀ ਸੀ, 1 ਲੱਖ ਪੂਤ 1.25 ਲੱਖ ਨਾਤੀ, ਤਿਸ ਰਾਵਣ ਘਰ ਦੀਆ ਨਾ ਬਾਤੀ। ਇੰਨੀ ਵੱਡੀ ਫੈਮਿਲੀ ਦਾ ਮਾਲਕ ਉਹ ਵੀ ਨਹੀਂ ਰਿਹਾ। ਤੇ ਜਿਹਨੂੰ ਹਿੰਦੁਸਤਾਨ ਵਿੱਚ ਭਗਵਾਨ ਕਹਿੰਦੇ ਸੀ ਰਾਮ, ਉਹ ਵੀ ਨਹੀਂ ਰਿਹਾ। ਸਾਨੂੰ ਭੁਲੇਖਾ ਹੈ ਸ਼ਾਇਦ ਆਪਾਂ ਜ਼ਰੂਰ ਰਹਾਂਗੇ। ਸਾਡੇ ਕੋਲ ਪੈਸਾ ਹੈ, ਧਨ ਦੌਲਤ ਹੈ, ਡਾਕਟਰੀ ਸਹੂਲਤਾਂ ਹਨ, PGI ਸਾਡੇ ਨੇੜੇ ਹੈ, ਅਸੀਂ ਭੱਜ ਕੇ PGI ਦਾ ਕਰੋ ਜਾਵਾਂਗੇ। ਪਰ ਬਾਣੀ ਕਹਿੰਦੀ ਹੈ ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਵੇ ਰਾਹ ਜੇ ਵਿੱਚ ਆਪ ਖਲੋ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਡਾਕਟਰਾਂ ਦੀ ਵੱਡੀ ਟੀਮ ਆ ਕੇ ਕੋਲ ਬਹਿ ਗਈ, ਬੰਦੇ ਦੇ ਨਿਰੀਖਣ ਕਰਨ ਲੱਗ ਪਈ, ਆਪਣੇ ਆਪਣੇ ਸੁਜੈਸ਼ਨ ਦੇਣ ਲੱਗ ਪਈ, ਐਡਵਾਈਜ਼ ਕਰਨ ਲੱਗ ਪਏ, ਦਵਾਈ ਵਧੀਆ ਲਿਖ ਕੇ ਦਿਓ, ਮਰੀਜ਼ ਬਚ ਜਾਏ, ਪਰ ਫੇਰ ਵੀ ਮਰ ਗਿਆ। ਅਸੀਂ ਵੀ ਮਰਨਾ। ਕਿਵੇਂ ਮਰਾਂਗੇ ਆਪਾਂ? ਭਈ ਮਰਨ ਤੋਂ ਡਰ ਬਹੁਤ ਲੱਗਦਾ, ਬਹੁਤ ਡਰ। ਕੌਣ ਮਰਨਾ ਚਾਹੁੰਦਾ ਹੈ? ਕਿਸੇ ਦੇ ਆਈ ਕੌਣ ਮਰਦਾ ਹੈ? ਪਰ ਆਪਾਂ ਇਹ ਵੀ ਕਹਿੰਦੇ ਹਾਂ ਕਿ ਵੀ ਆਪਣੇ ਮਰੇ ਤੋਂ ਬਿਨਾਂ ਸਵਰਗ ਨਹੀਂ ਦਿਖਦਾ। ਬਾਣੀ ਇਹ ਵੀ ਕਹਿੰਦੇ ਹੈ, ਕਹਿੰਦੇ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਭਈ ਮਰਨਾ ਤਾਂ ਪੈਣਾ। क्या जाना किब मरेंगे, कैसा मरना होए, पता नहीं ਆਪਾਂ ਕਿਵੇਂ ਮਰਾਂਗੇ, ਕੋਈ ਪਤਾ ਹੈ? ਲੋਕ ਕਹਿੰਦੇ ਸੁਣਿਓ ਲੈ ਦਿਨ ਰਾਤ ਉੱਤੇ ਪਾਠ ਕਰਦਾ ਸੀ, ਰਿੜ ਕੇ ਮਰ ਰਿਹਾ, ਬੁਰਾ ਹਾਲ ਹੋ ਗਿਆ। ਐਡੇ ਸੰਤ ਮਹਾਂਪੁਰਖ ਹੋਏ ਨੇ, PGI ਵਿੱਚ ਕਿਸੇ ਦਾ ਹਾਰਟ ਦਾ ਆਪਰੇਸ਼ਨ ਹੋ ਰਿਹਾ ਹੈ, ਕਿਸੇ ਦਾ ਕਿਸੇ ਚੀਜ਼ ਦਾ ਹੋ ਰਿਹਾ ਹੈ, ਭਈ ਦਾਖਲ ਹੋਏ ਪਏ। क्या जाना कि वो मरेंगे, कैसा मरना होए। नानक साहिब मनो ना विसरे, ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਜੇਕਰ ਸਾਹਿਬ ਮਨ ਦੇ ਵਿੱਚੋਂ ਨਾ ਵਿਸਰੇ ਨਾ,
जे सिमरन चलता रहे बंदे का मरना सहेला हो जाता। किन्ना क सहेला हो जाता है भला। भाई आप इं सोचते हाँ भी जे आप मरीए ना बस रात को मंजे ते पे होए तो सवेरे घरदियां नूं पता लगे तो मर भी गया, ਉਹਦਾ मर भी गया। भाई रिड़क के ना मरीए, सानू कौन उत्थे लैटरिन बाथरूम कराया करेगा, कौन इशनान कराया करेगा। ਇਹਦੇ ਨਾਲ ਤਾਂ ਰੱਬ ਸਾਨੂੰ ਚੱਲਦਿਆਂ ਨੂੰ ਹੀ ਚੱਕ ਲਵੇ। ਉਹੀ ਕਹਿੰਦੇ ਨਾ पर बाणी कहती है, कहते जे साहिब मनो ना विसरै तां सहेला मरना होए। जे साहिब मन दे विचों ना विसरे ना फिर बंदे दा मरण जिहड़ा है ना सहेला हो जाता है, सौखा हो जाता है। किन्ना क सौखा हो जाता है। भगत कबीर जी कहते हैं, कहते जिहड़े गुरमुख हैं ना जदों शरीर छड्डदे हैं इस तरह छड्डदे हैं जिउं कांचुरी भुआंग, जिमें सप अपनी कंजली नूं छड्ड के ना तार के आराम नाल लंघ जाता है ना, इसे प्रकार जेड़े गुरु के प्यारे भगत जन हैं वो भी इसे तरह अपने शरीर नूं चोले नूं छड्ड के चला भी गया। चलो ये तो बहुत बड़ी गल है, ये साडे बस की कहानी नहीं है। गुर कृपा जह नर को कीनी तह ए जुगत पछानी, नानक लीन पयो गोबिंद सिंह क्यों पानी संग पानी। वाहिगुरू जी का खालसा।